ਭਾਰਤ ਦੀ ਆਜ਼ਾਦੀ ਵੇਲੇ ਬ੍ਰਿਟੇਨ ਦੇ ਵੱਡੇ ਨੇਤਾ ਚਰਚਲ ਨਹੀਂ ਚਾਹੁੰਦੇ ਸੀ ਕਿ ਭਾਰਤੀਆਂ ਨੂੰ ਲੋਕਤੰਤਰ ਦੇ ਕੇ ਆਜ਼ਾਦੀ ਦੇ ਦਿੱਤੀ ਜਾਵੇ। ਕਿਉਂ ਨਹੀਂ ਚਾਹੁੰਦੇ ਸੀ ਉਹ ਕਿ ਸਾਨੂੰ ਆਜ਼ਾਦੀ ਮਿਲੇ, ਇੱਕ ਲੋਕਤੰਤਰ ਸਾਡੇ ਕੋਲ ਆਵੇ? ਜਦੋਂ ਇਹ ਮਤਾ ਹੋਇਆ ਨਾ ਪੇਸ਼, ਡਿਬੇਟ ਹੋ ਰਹੀ ਸੀ ਇਸ ਗੱਲ ਤੇ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਆਜ਼ਾਦੀ ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ। ਚਰਚਲ ਦੇ ਮੈਂ ਇਸ ਗੱਲ ਨਾਲ ਮੈਂ ਇਸ ਵਿਚਾਰਧਾਰਾ ਨਾਲ ਨਹੀਂ ਸਹਿਮਤ ਹੂੰ। ਉਹ ਚਾਹੁੰਦਾ ਸੀ ਆਜ਼ਾਦੀ ਨਾ ਦਿੱਤੀ ਜਾਵੇ। ਉਹ ਬੜਾ ਦੁਖੀ ਸੀ ਇਸ ਗੱਲੋਂ, ਇਹਨਾਂ ਨੂੰ ਆਜ਼ਾਦੀ ਕਿਉਂ ਦੇ ਰਹੇ ਹੋ। ਮਿਸਟਰ ਐਟਲੀ ਨੂੰ ਕਿਹਾ ਸੀ ਕਿ ਇਹ ਤੂੰ ਜਾਣਦਾ ਨਹੀਂ, ਜਿਹੜੇ ਹਿੰਦੁਸਤਾਨ ਦੇ ਇਹਨਾਂ ਲੋਕਾਂ ਦੇ ਜਿਹੜੇ ਨੇਤਾ ਨੇ ਇਹ ਬੜੇ ਬਦਮਾਸ਼ ਕਿਸਮ ਦੇ ਹੈ ਤੇ ਇਹਨਾਂ ਨੂੰ ਆਪਾਂ ਬਦਮਾਸ਼ ਜਾਂ ਇਹਨਾਂ ਦਾ ਇਹੋ ਜਿਹੀ ਪੰਜਾਬੀ ਬਣਦੀ ਹੈ ਔਰ ਇਹ ਭ੍ਰਿਸ਼ਟ ਨੇ ਬਹੁਤ, ਵੀ ਇਸ ਕਰਕੇ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਲੋਕ, ਉਹ ਕਹਿੰਦਾ ਸੀ ਇਹ ਪਾਵਰ ਲਈ ਔਰ ਪੈਸੇ ਲਈ ਖੋਹ ਖੰਜਰ ਜੀ ਲੜਨਗੇ ਆਪੋ 'ਚ, ਔਰ ਇਸ ਕਰਕੇ ਇਹ ਲਾਇਕ ਨਹੀਂ ਹੈਗੇ ਵੀ ਇਹਨਾਂ ਨੂੰ ਐਡੇ ਵੱਡੇ ਮੁਲਕ ਦਾ ਜਿਹੜੀ ਹੈ ਵੀ ਉਹ ਫੜਾ ਦਿੱਤੀ ਜਾਵੇ ਚਾਬੀ। ਉਹ ਮਿਸਟਰ ਐਟਲੀ ਨੂੰ ਵਿਅੰਗ ਕਰ ਰਿਹਾ ਸੀ ਕਿ ਕਹਿੰਦਾ ਸੀ ਇਹਨਾਂ ਨੇ ਇੰਨੇ ਟੈਕਸ ਲਾ ਦੇਣੇ ਆ ਲੋਕਾਂ ਤੇ ਵੀ ਇਹ ਤਾਂ ਹੋ ਸਕਦਾ ਹਵਾ ਪਾਣੀ ਤੇ ਵੀ ਟੈਕਸ ਲਾ ਦੇਣਾ, ਲੋਕ ਭੁੱਖ ਨਾਲ ਮਰ ਜਾਣਗੇ ਹਿੰਦੁਸਤਾਨ 'ਚ। ਇਹਦੇ 'ਚ ਓਪੋਜੀਸ਼ਨ ਵੀ ਉਨੀ ਕਮਜ਼ੋਰ ਆਪ ਹੁੰਦੀ ਗਈ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਰੋਗ ਨੇ, ਰਾਸਕਲਸ ਨੇ, ਉਹਨਾਂ ਤੇ ਵੀ ਤਾਂ ਟੁਕਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਉਹ ਬਰੀ ਨੇ। ਫਰੈਂਡਲ ਪੋਲਿਟਿਕਸ ਉਹਨੂੰ ਕਹਿੰਦੇ ਨੇ ਵੀ ਜਿਵੇਂ ਹੁਣ ਅਮਰਿੰਦਰ ਹੈ ਦਾ ਬੱਚਾ ਆ ਜੇ, ਜਿਵੇਂ ਨਹਿਰੂ ਸੀ, ਸਿਰਫ 2% ਲੋਕ ਸੀ। ਅੱਜ ਪਤਾ ਅੱਜ ਦੀ ਪਾਰਲੀਮੈਂਟ 'ਚ 98% ਉਹ ਨੇ ਜਿਨ੍ਹਾਂ ਦਾ ਪਿਛੋਕੜ ਔਰ ਵਿਰਾਸਤ ਰਿਚ ਹੈ, ਅਮੀਰ ਹੈ, ਪੋਲਿਟਿਕਸ 'ਚ ਹੈ। ਹੁਣ ਤੁਸੀਂ ਆਪੇ ਵੇਖ ਲਓ, ਹਾਂ ਟਿਕਟਾਂ ਵੰਡੀਆਂ ਜਾਣੀਆਂ ਨੇ। ਜਿਹੜਾ ਪਹਿਲਾ MLA ਜੇ ਬੁੜਾ ਹੋ ਗਿਆ ਤਾਂ ਉਹ ਕਿਹਦੇ ਲਈ ਮੰਗ ਰਿਹਾ ਨਾ, ਉਹ ਲਈ ਜਾਂ ਪੁੱਤ ਲਈ ਜਾਂ ਸਾਰਾ ਕੁਝ। ਅੱਜ 98% ਉਹ ਨੇ। ਇਹ ਆਮ ਘਰ ਦਾ ਜੇ ਕੋਈ ਅੱਗੇ ਆ ਜੇ ਤਾਂ ਹੈਰਾਨੀ ਹੁੰਦੀ। ਜੇ ਕੋਈ ਬੱਸ ਤੇ ਵਿਧਾਨ ਸਭਾ ਚਲਾ ਗਿਆ, ਹਰਪਾਲ ਚੀਮਾ ਗਏ ਸੀ, ਉਹਨੂੰ ਰਿਪੋਰਟ ਕੀਤਾ ਤਾਂ ਉਦੋਂ ਜਿਹੜੇ ਪੁਰਾਣੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਅਜੇ ਨਵੇਂ ਆਏ ਹੋ, ਪਹਿਲਾਂ ਸਾਰੇ ਹੀ ਬੱਸ ਤੇ ਜਾਂਦੇ। ਇਸ ਕਰਕੇ ਯੂ ਨੋ ਬੈਟਰ ਦੈਨ ਮੀ ਕਿ ਇਸ ਵੇਲੇ ਲੋਕਤੰਤਰ ਨਾਂ ਦੀ ਹਿੰਦੁਸਤਾਨ ਦੇ ਵਿੱਚ ਜੇ ਹੋਵੇ, ਇਹ 10 ਸਾਲ ਤੋਂ ਇੰਨੀ ਜੈਨੂਅਨ ਮੂਵਮੈਂਟ ਔਰ ਪੀਸਫੁਲੀ ਲੜੀ ਜਾ ਰਹੀ ਹੈ। ਮੈਂ ਉਹਨੂੰ ਸੱਤਿਆਗ੍ਰਹਿ ਸਮਝਦਾ। ਉਦੋਂ ਵੀ ਆਵਾਜ਼ਾਂ ਉੱਠੀਆਂ, ਤੁਸੀਂ ਜੇਪੀ ਦੀ ਹੁਣੇ ਗੱਲ ਕਰ ਰਹੇ ਸੀ, ਉਹ ਵੱਡੀ ਮੂਵਮੈਂਟ ਆਈ। ਉਸ ਤੋਂ ਬਾਅਦ ਸੱਤਾ ਪਰਿਵਰਤਨ 78 'ਚ ਹੁੰਦਾ, ਫਿਰ ਇੰਦਰਾ ਗਾਂਧੀ ਇੰਨੀ ਸਟਰੋਂਗਲੀ ਕਮਬੈਕ ਕਰਦੀ ਹੈ ਕਿ ਲੋਕ ਨਹੀਂ ਸਮਝ ਸਕੇ ਚੀਜ਼ਾਂ ਨੂੰ ਉਦੋਂ ਵੀ ਔਰ ਹੁਣ ਵੀ। ਇਹ ਤਾਂ ਲੀਡਰਸ਼ਿਪ ਹੀ ਇੰਨੀ ਸਿਆਣੀ ਹੋ ਜੇ ਵੀ ਇਹਨਾਂ 'ਚੋਂ ਜੇ ਥੋੜ੍ਹਾ ਜਿਹਾ ਸੈਕਸ਼ਨ ਸਿਆਣਾ ਹੋਇਆ, ਜਿਹੜਾ ਸਿਆਣਾ ਹੋਇਆ ਉਹ ਬਹੁਤਾ ਐਕਟਿਵ ਹੋ ਕੇ ਵੋਟਾਂ 'ਚ ਪਾਰਟੀਸਪੇਟ ਨਹੀਂ ਕਰਦਾ। ਉਹ ਇਹੋ ਜਿਹੇ ਹੋ ਗਏ ਲਥਾਰਜਕ ਜੇ, ਲਗਜ਼ੂਰੀਅਸ ਜੇ, ਵੀ ਆਪਣੇ ਘਰਾਂ 'ਚ ਪਏ ਰਹਿੰਦੇ। ਦੁਨੀਆ 'ਚ ਪਹਿਲੀ ਵੱਡੀ ਮੂਵਮੈਂਟ ਹੈ ਕਾਰਪੋਰੇਟ ਸੈਕਟਰ ਜਿਹੜੀ ਓਪਨਲੀ ਹੋ ਰਹੀ ਹੋਵੇ, ਜਿਹੜੀ ਇਹ ਕਹਿ ਰਹੀ ਹੋਵੇ ਜਿਹੜਾ ਡਿਵੈਲਪਮੈਂਟ ਦਾ ਮਾਡਲ ਕਾਰਪੋਰੇਟ ਸੈਕਟਰ ਨੇ ਦਿੱਤਾ ਹੈ ਇਹ ਇਰੋਨੀਅਸ ਹੈ, ਇਹ ਫਾਲਟੀ ਹੈ, ਇਹਦੇ 'ਚ ਨੁਕਸ ਹੈ, ਇਹ ਸਾਡਾ ਨਹੀਂ ਹੈ। ਤੇ ਜਦੋਂ ਇਹ ਬਿੱਲ ਪਾਸ ਹੋਏ ਸੀ, ਜਿਹੜੇ ਹਿਸਾਬ ਨਾਲ ਰਾਜ ਸਭਾ 'ਚ ਪਾਸ ਕੀਤੇ ਸੀ, ਕੀ ਇਹ ਸ਼ੋਭਾ ਦਿੰਦਾ ਹੈ ਕਿ ਲੋਕਤੰਤਰ 'ਚ ਐਂ ਹੁੰਦਾ? ਇਹਨੇ ਗੁੰਗਿਆਂ ਨੂੰ ਜ਼ੁਬਾਨ ਦਿੱਤੀ ਹੈ ਇਸ ਮੂਵਮੈਂਟ ਨੇ। ਪੋਲਿਟਿਕਸ ਦਾ ਜਿੰਨਾ ਭੈ ਔਰ ਫੀਅਰ ਹੁੰਦਾ ਸੀ ਆਮ ਬੰਦੇ ਤੇ, ਲੀਡਰ ਆ ਗਿਆ, ਹੁਣ ਅਗਲਾ ਸਵਾਲ ਪੁੱਛਦਾ ਵੀ ਪਹਿਲਾਂ ਮੰਤਰੀ ਜੀ ਦੱਸੋ ਤੁਸੀਂ ਕੀ ਕੀਤਾ। ਭਾਰਤ ਦੀ ਆਜ਼ਾਦੀ ਵੇਲੇ ਬ੍ਰਿਟੇਨ ਦੇ ਵੱਡੇ ਨੇਤਾ ਚਰਚਲ ਨਹੀਂ ਚਾਹੁੰਦੇ ਸੀ ਕਿ ਭਾਰਤੀਆਂ ਨੂੰ ਲੋਕਤੰਤਰ ਦੇ ਕੇ ਆਜ਼ਾਦੀ ਦੇ ਦਿੱਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬੜੀ ਕਮਾਲ ਦੀ ਗੱਲ ਤੁਸੀਂ ਕੀਤੀ ਹੈ, ਮੈਂ ਸ਼ੁਰੂਆਤ ਉੱਥੋਂ ਕਰਨੀ ਚਾਹੁੰਦਾ। ਉਸ ਕਿੱਸੇ ਤੋਂ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਕਿ ਕਿਉਂ ਨਹੀਂ ਚਾਹੁੰਦੇ ਸੀ ਉਹ ਕਿ ਸਾਨੂੰ ਆਜ਼ਾਦੀ ਮਿਲੇ, ਲੋਕਤੰਤਰ ਸਾਡੇ ਕੋਲ ਆਵੇ। ਦੇਖੋ, ਉਹਨਾਂ ਦੀ ਇਹ ਜਿਹੜੀ ਇਹ ਟਿੱਪਣੀ ਹੈ ਨਾ, ਬੜੀ ਮਸ਼ਹੂਰ ਹੈ ਇਤਿਹਾਸ ਦੇ ਵਿੱਚ। ਚਰਚਲ ਬਹੁਤ ਵੱਡੀ ਚੀਜ਼ ਹੋਏ ਹੈ। 2 ਵਾਰੀ ਉਹ ਦੋਨਾਂ ਜੰਗਾਂ ਦੇ ਵਿੱਚ ਉਹਨਾਂ ਦਾ ਪ੍ਰਾਈਮ ਮਿਨਿਸਟਰ ਰਿਹਾ ਸੀ। 47 ਵੇਲੇ ਉਹ ਪ੍ਰਾਈਮ ਮਿਨਿਸਟਰ ਨਹੀਂ ਸੀ, ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ ਇੰਗਲੈਂਡ ਦੇ ਵੇਲੇ। ਜਦੋਂ ਇਹ ਮਤਾ ਹੋਇਆ ਨਾ ਪੇਸ਼, ਡਿਬੇਟ ਹੋ ਰਹੀ ਸੀ ਇਸ ਗੱਲ ਤੇ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਆਜ਼ਾਦੀ ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ। ਚਰਚਲ ਦੇ ਮੈਂ ਇਸ ਗੱਲ ਨਾਲ ਮੈਂ ਇਸ ਵਿਚਾਰਧਾਰਾ ਨਾਲ ਤਾਂ ਨਹੀਂ ਸਹਿਮਤ ਹੂੰ। ਉਹ ਚਾਹੁੰਦਾ ਸੀ ਆਜ਼ਾਦੀ ਨਾ ਦਿੱਤੀ ਜਾਵੇ। ਉਹ ਬੜਾ ਦੁਖੀ ਸੀ ਇਸ ਗੱਲੋਂ, ਇਹਨਾਂ ਨੂੰ ਆਜ਼ਾਦੀ ਕਿਉਂ ਦੇ ਰਹੇ ਹੋ। ਪਰ ਉਹਨਾਂ ਦੀ ਟਿੱਪਣੀ ਨੂੰ ਮੈਂ ਹੋਰ ਤਰ੍ਹਾਂ ਇੰਟਰਪ੍ਰੈਟ ਕਰਦਾ। ਉਹਨਾਂ ਦੀ ਟਿੱਪਣੀ ਦੇ ਵਿੱਚ 2 ਗੱਲਾਂ ਆਈਆਂ ਸੀ ਸਾਹਮਣੇ। ਇੱਕ ਤੋਂ ਨੇ ਹੀ ਯੂਜ਼ਡ ਦੀ ਵਰਡਸ ਦੈਟ ਦੀ ਇੰਡੀਅਨ ਲੀਡਰਸ ਪਾਰਟੀਕੂਲਰਲੀ ਉਹਨੇ ਕਿਹਾ ਸੀ ਦੇ ਆਰ ਰੋਗਸ ਐਂਡ ਰਾਸਕਲਸ ਐਂਡ ਕਰਪਟ। ਮਿਸਟਰ ਐਟਲੀ ਨੂੰ ਕਿਹਾ ਸੀ ਕਿ ਇਹ ਤੂੰ ਜਾਣਦਾ ਨਹੀਂ, ਜਿਹੜੇ ਹਿੰਦੁਸਤਾਨ ਦੇ ਇਹਨਾਂ ਲੋਕਾਂ ਦੇ ਜਿਹੜੇ ਨੇਤਾ ਨੇ ਇਹ ਬੜੇ ਬਦਮਾਸ਼ ਕਿਸਮ ਦੇ ਹੈ ਤੇ ਇਹਨਾਂ ਨੂੰ ਆਪਾਂ ਬਦਮਾਸ਼ ਜਾਂ ਇਹਨਾਂ ਦਾ ਇਹੋ ਜਿਹੀ ਪੰਜਾਬੀ ਬਣਦੀ ਹੈ, ਔਰ ਇਹ ਭ੍ਰਿਸ਼ਟ ਨੇ ਬਹੁਤ,
ਵੀ ਇਸ ਕਰਕੇ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਲੋਕ, ਉਹ ਕਹਿੰਦਾ ਸੀ ਇਹ ਪਾਵਰ ਲਈ ਔਰ ਪੈਸੇ ਲਈ ਖੋਹ ਖੰਜਰ ਲਈ ਲੜਨਗੇ ਆਪੋ 'ਚ, ਔਰ ਇਸ ਕਰਕੇ ਇਹ ਲਾਇਕ ਨਹੀਂ ਹੈਗੇ ਵੀ ਇਹਨਾਂ ਨੂੰ ਐਡੇ ਵੱਡੇ ਮੁਲਕ ਦਾ ਜਿਹੜੀ ਹੈ ਵੀ ਉਹ ਫੜਾ ਦਿੱਤੀ ਜਾਵੇ ਚਾਬੀ। ਦੂਸਰਾ ਉਹ ਕਹਿੰਦਾ ਸੀ ਵੀ ਜਿਹੜਾ ਲੋਕਤੰਤਰ ਹੈ ਬਹੁਤ ਵੱਡੀ ਚੀਜ਼ ਹੁੰਦਾ ਹੈ, ਡੈਮੋਕ੍ਰੇਸੀ। ਉਹਨੂੰ ਸ਼ੱਕ ਸੀ ਕਿ ਇਹਨਾਂ ਲੋਕਾਂ ਦੀ ਅਜੇ ਉਹ ਸਮਝ ਨਹੀਂ ਜਾਂ ਇਹਨਾਂ ਦਾ ਕਰੈਕਟਰ ਨਹੀਂ ਬਿਲਡ ਹੋਇਆ ਕਿ ਲੋਕਤੰਤਰ ਨੂੰ ਠੀਕ ਤਰ੍ਹਾਂ ਚਲਾ ਪਾਉਣਗੇ। ਤੇ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕੋਈ ਨਹੀਂ, ਇਹ ਖੱਜਲ ਖਵਾਰ ਹੋ ਕੇ ਨਾ ਇਹ ਦੁਬਾਰਾ ਸਾਡੇ ਕੋਲ ਹੀ ਆਉਣਗੇ ਵੀ ਤੁਸੀਂ ਸਾਂਭੋ। ਉਹ ਮਿਸਟਰ ਐਟਲੀ ਨੂੰ ਵਿਅੰਗ ਕਰ ਰਿਹਾ ਸੀ ਕਿ ਕਹਿੰਦਾ ਸੀ ਇਹਨਾਂ ਨੇ ਇੰਨੇ ਟੈਕਸ ਲਾ ਦੇਣੇ ਆ ਲੋਕਾਂ ਤੇ ਵੀ ਇਹ ਤਾਂ ਹੋ ਸਕਦਾ ਹਵਾ ਪਾਣੀ ਤੇ ਵੀ ਟੈਕਸ ਲਾ ਦੇਣਾ, ਲੋਕ ਭੁੱਖ ਨਾਲ ਮਰ ਜਾਣਗੇ ਹਿੰਦੁਸਤਾਨ 'ਚ। ਇਸ ਕੌਨਟੈਕਸਟ ਦੇ ਵਿੱਚ ਜਦੋਂ ਮੈਂ ਉਹ ਦੁਬਾਰਾ ਪੜ੍ਹਦਾ ਨਾ ਤਾਂ ਮੈਨੂੰ ਇਹ ਗੱਲ ਉਹਦੀ ਠੀਕ ਲੱਗਦੀ ਹੈ। ਅੱਜ ਕੀ ਪ੍ਰੂਵ ਹੋ ਰਿਹਾ ਕਿ ਹਿੰਦੁਸਤਾਨ ਦੇ ਜਿਹੜੇ ਨੇਤਾ ਲੋਕ ਹੈ ਬਹੁਤੀਆਂ ਪਾਰਟੀਆਂ 'ਚ, ਕਿ ਉਹ ਕਰਪਟ ਨਹੀਂ, ਕਿ ਉਹ ਰੋਗਜ਼ ਐਂਡ ਰਾਸਕਲਜ਼ ਨਹੀਂ, ਕਿ ਹਿੰਦੁਸਤਾਨ ਦੀਆਂ ਵਿਧਾਨ ਸਭਾ, ਵਿਧਾਨ ਪ੍ਰੀਸ਼ਦਾਂ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਹੜੀ ਗਿਣਤੀ 5000 ਦੇ ਕਰੀਬ ਹੈ, 30% ਤੋਂ ਲੋਕ ਜਿਹੜੇ ਨੇ ਇਹਨਾਂ ਜਿਹੜੇ 30% ਤੋਂ ਵੱਧ ਜਿਹੜੇ ਨੇਤਾ ਲੋਕ ਨੇ, ਕਿ ਉਹਨਾਂ ਦੇ ਵੱਖ-ਵੱਖ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਿ ਉਹਨਾਂ ਦੇ ਕੇਸ ਨਹੀਂ ਚੱਲ ਰਹੇ, ਕਿ ਇਹਨਾਂ ਦੇ ਵਿੱਚੋਂ ਬਲਾਤਕਾਰਾਂ ਦੇ ਕੇਸ ਨਹੀਂ ਚੱਲ ਰਹੇ, ਕਿ ਇਹਨਾਂ ਦੇ ਵਿੱਚੋਂ ਮਰਡਰ ਦੇ ਕੇਸ ਨਹੀਂ ਚੱਲ ਰਹੇ, ਕਿ ਜਿਹੜਾ ਡਿਸਪ੍ਰਪੋਰਸ਼ਨੇਟ ਜਿਹੜੀ ਇਨਕਮ ਹੈ ਜਾਂ ਉਹ ਕਿਸੇ ਦੀ ਪ੍ਰੋਪਰਟੀ ਹੈ ਕਿ ਉਹ ਕੇਸ ਨਹੀਂ ਚੱਲ ਰਹੇ, ਪ੍ਰੋਪਰਟੀਆਂ ਦੱਬੀਆਂ ਹੋਈਆਂ ਕਿਵੇਂ ਉਹ ਕੇਸ ਨਹੀਂ ਚੱਲ ਰਹੇ, ਅਗਵਾ ਹੋਣ ਦੀਆਂ ਘਟਨਾਵਾਂ 'ਚ ਕੇਸ ਨਹੀਂ ਚੱਲ ਰਹੇ। ਇਸ ਕਰਕੇ ਮੈਨੂੰ ਇੱਕ ਤਾਂ ਉਸ ਕੌਨਟੈਕਸਟ ਦੇ ਵਿੱਚ ਉਹਦੀ ਉਹ ਟਿੱਪਣੀ ਜਿਹੜੀ ਸੀ, ਇਕੱਲੀ ਲੀਡਰਸ਼ਿਪ ਤੇ ਟੁਕਦਾ ਹੈ ਜਾਂ ਆਮ ਆਵਾਮ ਵੀ ਇੰਨੀ ਮੈਚੁਰ ਨਹੀਂ ਹੈਗੀ ਕਿ ਅਸੀਂ ਲੋਕਤੰਤਰ ਨੂੰ ਸਮਝ ਸਕੀਏ? ਦੇਖੋ ਦੋ ਗੱਲਾਂ, ਲੋਕਤੰਤਰ ਆਵਾਮ ਨੂੰ ਤਾਂ ਹੌਲੀ ਹੌਲੀ ਸਮਝਾਉਣਾ ਹੁੰਦਾ ਹੈ ਸਰਕਾਰਾਂ ਨੇ, ਵਿੱਦਿਆ ਨਾਲ, ਪ੍ਰਚਾਰ ਨਾਲ, ਪ੍ਰਸਾਰ ਨਾਲ, ਜਦੋਂ ਸਿਆਣੇ ਹੋ ਜਾਂਦੇ ਆ, ਠੀਕ ਹੈ ਨਾ। ਇਹ ਤਾਂ ਸਗੋਂ ਇੰਡੀਆ ਪਹਿਲਾ ਮੁਲਕ ਸੀ ਜਿੱਥੇ ਉਹ ਸਾਰਿਆਂ ਨੂੰ ਉਹਨਾਂ ਨੇ ਜਿਹੜੀ ਸੀ ਇਲੈਕਟੋਰਲ ਪਾਰਟੀਸਪੇਸ਼ਨ 'ਚ ਲੋਕਤੰਤਰ ਦੀ ਆਜ਼ਾਦੀ ਦੇ ਦਿੱਤੀ ਸੀ। ਉਂਝ ਵੱਖਰੀ ਗੱਲ ਹੈ, ਅੱਜ ਤੱਕ ਵੀ ਆਉਂਦਾ ਹੈ ਵੀ ਜੇ ਲੋਕ ਅਨਪੜ੍ਹ ਨੇ ਪਰ ਲੀਡਰਾਂ ਨੇ ਐਕਸਪਲੈਟ ਤਾਂ ਨਹੀਂ ਨਾ ਕਰਨਾ ਹੁੰਦਾ ਉਹਨਾਂ ਨੂੰ, ਵੀ ਜੇ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਨੂੰ ਆਪਾਂ ਜਿਵੇਂ ਇਹ ਸਲੋਗਨ ਦੇ ਕੇ, ਪਪੂਲਰ ਨਾਅਰੇ ਦੇ ਕੇ ਉਹਨੂੰ ਐਕਸਪਲੈਟ ਕਰੀ ਜਾ ਰਹੇ ਨੇ। ਦੀ ਲੀਡਰਸ਼ਿਪ ਇਜ਼ ਅੰਡਰ ਕੰਡੈਮਨੇਸ਼ਨ, ਸ਼ੁੱਡ ਬੀ ਅੰਡਰ ਕੰਡੈਮਨੇਸ਼ਨ। ਲੋਕ ਤਾਂ ਭੋਲੇ ਭਾਲੇ ਹੈ। ਤਾਂ ਇਸ ਕਰਕੇ ਦੂਜਾ, ਜਦੋਂ ਡੈਮੋਕ੍ਰੇਸੀ ਬਾਰੇ ਮੈਂ ਹੁਣ ਸੋਚਦਾ, ਪਹਿਲਾਂ ਤਾਂ ਮੈਂ ਦੱਸਤਾ ਨਾ ਵੀ ਸਾਰੇ ਕਰਪਟ ਨੇ, ਯੂ ਪੀਪਲ ਨੋ ਬੈਟਰ ਦੈਨ ਮੀ। ਦੂਸਰਾ ਵੀ ਡੈਮੋਕ੍ਰੇਸੀ ਬਾਰੇ ਮੈਨੂੰ ਐਂ ਦੱਸੋ, ਜਿਹੜੇ ਹਾਲਾਤ ਹੁਣ ਇਸ ਵੇਲੇ ਬਣੇ ਹੋਏ ਨੇ ਹਿੰਦੁਸਤਾਨ 'ਚ, ਇਹਨੂੰ ਕੋਈ ਡੈਮੋਕ੍ਰੇਸੀ ਕਹੇਗਾ? ਡੈਮੋਕ੍ਰੇਸੀ ਇਹ ਹੁੰਦਾ, ਤੁਸੀਂ ਅਪੋਜੀਸ਼ਨ ਦੀ ਗੱਲ ਸੁਣਦੇ ਹੋ, ਪਾਰਲੀਮੈਂਟ ਦੇ ਵਿੱਚ ਤੁਸੀਂ ਜੇ ਕੋਈ ਮਤਾ ਆਉਂਦਾ ਉਹ 'ਚ ਅਪੋਜੀਸ਼ਨ ਜਿਹੜੀ ਹੈ, ਵਿਰੋਧੀ ਪਾਰਟੀ ਆ, ਉਹਨਾਂ ਡਿਸਕਸ ਕਰਦੇ ਹੋ, ਡੇ ਬਾਈ ਡੇ ਡਿਸਕਸ ਕਰਦੇ ਹੋ, ਕੋਈ ਉਹ 'ਤੇ ਸਪੈਸ਼ਲ ਕਮੇਟੀਆਂ ਬਣਾਉਂਦੇ ਹੋ। ਇੱਥੇ ਜਿੰਨੇ ਵੀ ਬਿੱਲ ਪਾਸ ਹੋ ਰਹੇ ਆ ਡੀਮੋਨੇਟਾਈਜੇਸ਼ਨ ਤੋਂ ਲੈ ਕੇ ਅੱਜ ਤੱਕ, ਉਹ ਭਾਵੇਂ ਜਿਹੜੇ ਉਹ ਬਣੇ ਸੀ ਮੁਸਲਿਮ ਕਮਿਊਨਿਟੀ ਨਾਲ ਸੰਬੰਧਿਤ CAA ਵਾਲਾ ਹੋਵੇ, ਹਾਂ, ਤੇ CNR ਵਾਲਾ ਬਣਿਆ ਜਿਹੜਾ ਸੈਂਟਰਲ ਸਿਟੀਜ਼ਨ ਰਜਿਸਟਰ ਜਿਹੜਾ ਉਹ ਬਣਿਆ, ਯਾਨੀ ਕਿ ਜਿੰਨੇ ਵੀ ਬਣੇ ਨੇ, ਭਾਵੇਂ ਇੱਕ ਮੰਡੀ ਵਾਲਾ ਹੋਵੇ, ਕਾਰਪੋਰੇਟ ਦਾ, ਕਦੇ ਇਹਨਾਂ ਨੇ ਡਿਸਕਸ ਕੀਤਾ, ਕਈ ਤਾਂ ਰਾਤੋਂ ਰਾਤ ਪਾਸ ਕੀਤੇ। ਤੇ ਜਦੋਂ ਇਹ ਬਿੱਲ ਪਾਸ ਹੋਏ ਸੀ, ਜਿਹੜੇ ਹਿਸਾਬ ਨਾਲ ਰਾਜ ਸਭਾ 'ਚ ਪਾਸ ਕੀਤੇ ਸੀ, ਕੀ ਇਹ ਸ਼ੋਭਾ ਦਿੰਦਾ ਹੈ ਕਿ ਲੋਕਤੰਤਰ 'ਚ ਐਂ ਹੁੰਦਾ? ਇਸ ਕਰਕੇ ਅੱਜ ਲੋਕਤੰਤਰ ਵੀ ਐਟ ਸਟੇਕ ਹੈ। ਮੈਂ ਤਾਂ ਕਹਾਂਗਾ ਜਿਹੜੇ ਹਿਸਾਬ ਨਾਲ ਪਾਰਟੀ ਇਹ ਕਰ ਰਹੀ ਹੈ, ਇੱਕ ਬਿੱਲ, ਇੱਕ ਭਾਸ਼ਾ, ਇੱਕ ਦੇਸ਼, ਇੱਕ ਸੱਭਿਆਚਾਰ, ਸਾਰਾ ਇੱਕ ਮੰਡੀ ਵਗੈਰਾ ਵਗੈਰਾ, ਇਹਦੇ 'ਚ ਔਰ ਇਹ ਪਹਿਲੀ ਵਾਰ ਹੋ ਰਿਹਾ ਕਿ ਹਿੰਦੁਸਤਾਨ 'ਚ ਤੁਸੀਂ ਸਲੋਗਨ ਹੀ ਇਹ ਦੇ ਦਿਓ ਕਿ ਅਪੋਜੀਸ਼ਨ ਖਤਮ ਹੀ ਕਰ ਦੇਣਾ। ਜਿਹੜਾ ਕਾਂਗਰਸ ਮੁਕਤ ਨਾਅਰਾ ਸੀ ਭਾਜਪਾ ਦਾ, ਵਾਟ ਇਜ਼ ਦੈਟ? ਸਗੋਂ ਚੰਗਾ ਲੋਕਤੰਤਰ ਤਾਂ ਇਹ ਹੁੰਦਾ ਵੀ ਜਿਹਦੇ ਵਿੱਚ ਅਪੋਜੀਸ਼ਨ ਬੜੀ ਹੈਲਦੀ ਹੋਵੇ। ਜਿੰਨੀ ਹੈਲਦੀ ਅਪੋਜੀਸ਼ਨ ਹੋਏਗੀ ਉਹਨਾਂ ਲੋਕਤੰਤਰ ਉਹ ਠੀਕ ਚੱਲੇਗਾ। ਤੁਹਾਨੂੰ ਲੱਗਦਾ ਇਹਦੇ 'ਚ ਓਪੋਜੀਸ਼ਨ ਵੀ ਉਨੀ ਕਮਜ਼ੋਰ ਆਪ ਹੁੰਦੀ ਗਈ? ਜਿਹੜੀ ਤੁਸੀਂ ਕਹਿ ਰਹੇ ਹੋ ਕਿ ਰੋਗ ਨੇ, ਰਾਸਕਲਸ ਨੇ, ਉਹਨਾਂ ਤੇ ਵੀ ਤਾਂ ਟੁਕਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਉਹ ਬਰੀ ਨੇ। ਮੈਂ ਤਾਂ ਇਹ ਕਹਿਣਾ 1947 ਤੋਂ ਬਾਅਦ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਪਾਰਟੀਆਂ ਦੀ ਚੰਗੀ ਲੀਡਰਸ਼ਿਪ ਬਹੁਤੀ ਦੇਰ ਨਹੀਂ ਰਹਿ ਸਕੀ। ਇਹ 64, 60, 64, 65, 70 ਤੱਕ ਦਾ ਫਨੋਮਨਾ ਸੀ। ਜਿਹੜੇ ਲੋਕ ਲੜੇ ਸੀ, ਆਈਡੀਅਲਿਜ਼ਮ ਸੀ, ਹਿੰਦੁਸਤਾਨ ਲਈ ਕੁਝ ਕਰਨਾ ਚਾਹੁੰਦੇ ਸੀ। ਦੈਟ ਵਾਜ਼ ਏ ਪਾਰਟੀਕੂਲਰ ਪੀਰੀਅਡ ਜਿਹੜਾ ਆਫਟਰ 70 ਓਵਰ, ਉਸ ਤੋਂ ਬਾਅਦ ਫਿਰ ਇਹ ਲੋਕ ਪੈ ਗਏ। ਮੈਂ ਤੁਹਾਨੂੰ ਹੋਰ ਨੁਕਤਾ ਦੱਸ ਦਿੰਦਾ, ਇਹ ਕਿਸੇ ਲੋਕ ਲਿਖਿਆ ਹੋਇਆ ਕਿਤੇ, ਕਿਸੇ ਅੱਛੇ, ਮੈਂ ਨਾਂ ਥੋੜ੍ਹਾ ਜਿਹਾ ਭੁੱਲ ਗਿਆ, ਪਹਿਲੀ ਪਾਰਲੀਮੈਂਟ ਦੇ ਵਿੱਚ ਸਿਰਫ 2% ਲੋਕ ਉਹ ਸੀ ਜਿਹੜੇ ਬ੍ਰੈਂਡਡ ਸੀ। ਬ੍ਰੈਂਡਡ ਪੋਲਿਟਿਕਸ ਉਹਨੂੰ ਕਹਿੰਦੇ ਨੇ ਵੀ ਜਿਵੇਂ ਹੁਣ ਅਮਰਿੰਦਰ ਹੈ, ਇਹਦਾ ਬੱਚਾ ਆ ਜੇ, ਜਿਵੇਂ ਨਹਿਰੂ ਸੀ, ਸਿਰਫ 2% ਲੋਕ ਸੀ। ਅੱਜ ਪਤਾ ਅੱਜ ਦੀ ਪਾਰਲੀਮੈਂਟ 'ਚ 98% ਉਹ ਨੇ ਜਿਨ੍ਹਾਂ ਦਾ ਪਿਛੋਕੜ ਔਰ ਵਿਰਾਸਤ ਰਿਚ ਹੈ, ਅਮੀਰ ਹੈ, ਪੋਲੀਟਿਕਸ 'ਚ ਹੈ। ਹੁਣ ਤੁਸੀਂ ਆਪੇ ਵੇਖ ਲਓ, ਹਾਂ ਟਿਕਟਾਂ ਵੰਡੀਆਂ ਜਾਣੀਆਂ ਨੇ, ਜਿਹੜਾ ਪਹਿਲਾ MLA ਜੇ ਬੁੜਾ ਹੋ ਗਿਆ ਤਾਂ ਉਹ ਕਿਹਦੇ ਲਈ ਮੰਗ ਰਿਹਾ? ਆਪਣੇ ਪੁੱਤਰ ਲਈ ਮੰਗ ਰਿਹਾ ਨਾ, ਨੌ ਲਈ ਜਾਂ ਪੁੱਤ ਲਈ, ਸਾਰਾ ਕੁਝ। ਅੱਜ 98% ਉਹ ਨੇ। ਕਿ ਲੋਕਤੰਤਰ 'ਚ ਐਂ ਹੁੰਦਾ ਲੋਕਤੰਤਰ ਦੇ ਵਿੱਚ ਤਾਂ ਇਹ ਹੁੰਦਾ ਵੀ ਆਮ ਬੰਦਾ ਜਿਹੜਾ ਉਹ ਅੱਗੇ ਆਉਂਦਾ।
ਇਹ ਅੱਗੇ ਹੁਣ ਰਿਪੋਰਟ ਕਰਨ ਲੱਗੇ ਨਾ ਹੁਣ ਵੀ ਇਹ ਆਮ ਘਰ ਦਾ ਜੇ ਕੋਈ ਅੱਗੇ ਆ ਜੇ ਤਾਂ ਹੈਰਾਨੀ ਹੁੰਦੀ ਹੈ। ਹੈਰਾਨੀ ਹੁੰਦੀ ਜੇ ਹੈ। ਕੋਈ ਬੱਸ ਤੇ ਵਿਧਾਨ ਸਭਾ ਚਲਾ ਗਿਆ, ਹਰਪਾਲ ਚੀਮਾ ਗਏ ਸੀ, ਹਾਂ। ਉਹਨੂੰ ਰਿਪੋਰਟ ਕੀਤਾ ਤਾਂ ਉਦੋਂ ਜਿਹੜੇ ਪੁਰਾਣੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਅਜੇ ਨਵੇਂ ਆਏ ਹੋ, ਪਹਿਲਾਂ ਸਾਰੇ ਹੀ ਬੱਸ ਤੇ ਜਾਂਦੇ ਇਸ ਕਰਕੇ ਯੂ ਨੋ ਬੈਟਰ ਦੈਨ ਮੀ ਕਿ ਇਸ ਵੇਲੇ ਲੋਕਤੰਤਰ ਨਾਂ ਦੀ ਹਿੰਦੁਸਤਾਨ ਦੇ ਵਿੱਚ ਜੇ ਹੋਵੇ, ਇਹ 10 ਸਾਲ ਤੋਂ ਇੰਨੀ ਜੈਨੂਅਨ ਮੂਵਮੈਂਟ ਔਰ ਪੀਸਫੁਲੀ ਲੜੀ ਜਾ ਰਹੀ ਹੈ। ਮੈਂ ਉਹਨੂੰ ਸੱਤਿਆਗ੍ਰਹਿ ਸਮਝਦਾ। ਇਹ ਸੱਚ ਤੇ ਝੂਠ ਦੀ ਲੜਾਈ ਹੈ। ਸੱਚ ਸੜਕਾਂ ਤੇ ਰੁਲ ਰਿਹਾ, ਮਰ ਰਿਹਾ, 600 ਜਿਹੜਾ ਸ਼ਹੀਦ ਹੋ ਚੁੱਕਾ ਹੈ, ਠੀਕ ਹੈ। ਦੂਜੇ ਪਾਸੇ ਮੈਂ ਉਹਨੂੰ ਝੂਠ ਦਾ ਪਲੰਦਾ ਕਵਾਂਗਾ ਵੀ ਸੱਚ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ। ਇਹ ਐਡਾ ਉਹ ਵੀ ਸਮਾਂ ਰਿਹਾ ਐਮਰਜੈਂਸੀ ਇੰਦਰਾ ਗਾਂਧੀ ਦੂਜੀ ਜਿਹੜੀ ਅਸੀਂ ਓਪੋਜੀਸ਼ਨ ਦੀ ਗੱਲ ਕਰਦੇ ਸੀਗੇ, ਉਦੋਂ ਵੀ ਇਹ ਆਵਾਜ਼ਾਂ ਉੱਠੀਆਂ। ਤੁਸੀਂ ਜੇਪੀ ਦੀ ਹੁਣੇ ਗੱਲ ਕਰ ਰਹੇ ਸੀ, ਉਹ ਵੱਡੀ ਮੂਵਮੈਂਟ ਆਈ। ਉਸ ਤੋਂ ਬਾਅਦ ਸੱਤਾ ਪਰਿਵਰਤਨ 78 ਚ ਹੁੰਦਾ, ਫਿਰ ਇੰਦਰਾ ਗਾਂਧੀ ਇੰਨੀ ਸਟਰੋਂਗਲੀ ਕਮਬੈਕ ਕਰਦੀ ਹੈ ਕਿ ਲੋਕ ਨਹੀਂ ਸਮਝ ਸਕੇ ਚੀਜ਼ਾਂ ਨੂੰ ਉਦੋਂ ਵੀ ਔਰ ਹੁਣ ਵੀ। ਉਹ ਮੈਂ ਲੋਕਾਂ ਨੂੰ ਫਿਰ ਵੀ ਅਜੇ ਵੀ ਮੈਂ ਲੋਕਾਂ ਦੀ ਇੰਨੀ ਇੱਜ਼ਤ ਕਰਦਾ। ਲੋਕਾਂ ਦੇ ਵੱਸ ਨਹੀਂ। ਇਹ ਤਾਂ ਲੋਕ ਇਹ ਤਾਂ ਲੀਡਰਸ਼ਿਪ ਹੀ ਇੰਨੀ ਸਿਆਣੀ ਹੋ ਜੇ ਵੀ ਇਹਨਾਂ 'ਚੋਂ ਜੇ ਥੋੜ੍ਹਾ ਜਿਹਾ ਸੈਕਸ਼ਨ ਸਿਆਣਾ ਹੋਇਆ, ਜਿਹੜਾ ਸਿਆਣਾ ਹੋਇਆ ਉਹ ਬਹੁਤਾ ਐਕਟਿਵ ਹੋ ਕੇ ਵੋਟਾਂ 'ਚੋਂ ਪਾਰਟੀਸਪੇਟ ਨਹੀਂ ਕਰਦਾ। ਉਹ ਇਹੋ ਜਿਹੇ ਹੋ ਗਏ ਲਥਾਰਜਕ ਜੇ, ਲਗਜ਼ੂਰੀਅਸ ਜੇ ਵੀ ਆਪਣੇ ਘਰਾਂ 'ਚ ਪਏ ਰਹਿੰਦੇ ਨੇ। ਦੂਜਿਆਂ ਨੂੰ ਇੱਕ ਤਾਂ ਤੰਗ ਹੀ ਇੰਨਾ ਕਰਤਾ, ਤੁਸੀਂ ਲੋਕਾਂ ਨੂੰ ਮਰਨ ਕਿਨਾਰੇ ਛੱਡ ਦਿਓ। ਉਦੋਂ ਬਾਅਦ ਜੇ ਥੋੜ੍ਹਾ ਜਿਹਾ ਵੀ ਉਹਨੂੰ ਕੋਈ ਨਿੱਕੀ ਜਿਹੀ ਬੁਰਕੀ ਦੇ ਦੋਗੇ, ਉਹ ਕਹਿਣਗੇ ਠੀਕ ਹੈ ਜੋ ਤੁਸੀਂ ਦੇਤਾ ਓਕੇ। ਹੁਣ 5-5 ਹਜ਼ਾਰ ਰੁਪਏ ਤੇ ਲੋਕ ਨੌਜਵਾਨ ਨੌਕਰੀ ਦੇਣ ਨੂੰ ਕਰਨ ਨੂੰ ਤਿਆਰ ਹੈ ਨਾ। ਲੈਂਦਾ 5000 ਹੈ, 6000 ਕੋਲੋਂ ਖਰਚਦਾ ਤਾਂ ਉਹਦਾ ਮਹੀਨਾ ਪੂਰਾ ਹੁੰਦਾ। ਪਰ ਲੋਕ ਮਜਬੂਰ ਇਹ ਕਰਤਾ, ਵਨ ਇਜ਼ ਰੈਡੀ ਟੂ ਐਕਸੈਪਟ ਦੈਟ ਪੋਸਟ ਈਵਨ ਔਨ 5000 ਰੁਪੀਸ। ਪਰ ਇਹ ਵੀ ਕਿਹਾ ਗਿਆ ਕਿ ਮੋਦੀ ਰਾਜ ਦੇ ਵਿੱਚ ਪੜ੍ਹਿਆ ਲਿਖਿਆ ਵਰਗ ਵੀ ਪੋਲਰਾਈਜ਼ ਹੋਇਆ, ਜੋ ਪਹਿਲਾਂ ਨਹੀਂ ਹੁੰਦਾ ਸੀ। ਦੇਖੋ ਉਹ ਇਹਨਾਂ ਮੁਲਕਾਂ ਦੀ ਕਿ ਮਾੜੀ ਹੋਣੀ ਇਸ ਕਰਕੇ ਵੀ ਮਾੜੀ ਹੁੰਦੀ ਹੈ ਕਿਉਂਕਿ ਇੱਥੇ ਬਹੁਤ ਐਸੇ ਫੈਕਟਰ ਹੈ ਜਿਨ੍ਹਾਂ ਨੂੰ ਐਕਸਪਲੈਟ ਕਰਨਾ ਇਹਨਾਂ ਲਈ ਬੜਾ ਈਜ਼ੀ ਹੈ। ਇਟ ਮੇ ਬੀ ਆਫ ਕਾਸਟ, ਇਟ ਮੇ ਬੀ ਆਫ ਰਿਲੀਜਨ, ਜਿਹਦੇ ਨਾਲ ਇਹ ਪੋਲਰਾਈਜੇਸ਼ਨ ਬਹੁਤ ਈਜ਼ੀਲੀ ਕਰ ਦਿੰਦੇ ਨੇ। ਪਹਿਲਾਂ ਲੋਕਾਂ ਨੂੰ ਅਜੇ ਉੱਥੋਂ ਕੱਢਣਾ, ਇਸੇ ਕਰਕੇ ਹੀ ਕਿਸਾਨ ਮੂਵਮੈਂਟ ਦਾ ਇੱਕ ਵੱਡਾ ਹਾਸਲ ਹੈ ਜਿਹੜਾ ਮੈਂ ਤੁਹਾਡੇ ਜ਼ਰੀਏ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ। ਇਹ ਵਾਹਿਦ ਮੂਵਮੈਂਟ ਹੈ, ਬੜੀ ਦੇਰ ਬਾਅਦ ਉੱਠੀ ਹੈ, ਜਿਹਨੂੰ ਆਪਾਂ ਕਹਾਂਗੇ ਟਰਾਂਸ ਰਿਲੀਜਨ, ਟਰਾਂਸ ਕਾਸਟ, ਟਰਾਂਸ ਆਕੂਪੇਸ਼ਨ, ਜਿਹਦੇ ਵਿੱਚ ਲੋਕੀ ਇੱਥੋਂ ਨਿਕਲੇ ਆ ਬਾਹਰ। ਭਾਵੇਂ ਉਹ ਮੁਸਲਿਮ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਉਹ ਪੰਜਾਬੀ ਹੈ, ਈਵਨ ਜਿਹੜਾ ਰੀਜਨਲਿਜ਼ਮ ਹੈ, ਠੀਕ ਹੈ ਨਾ, ਭਾਵੇਂ ਉਹ ਕਿਸੇ ਵੀ ਜਾਤੀ ਨਾਲ ਹੈ। ਇਸ ਕਰਕੇ ਇਸ ਮੂਵਮੈਂਟ ਦਾ ਐਡਾ ਵੱਡਾ ਹਾਸਲ ਹੈ ਜਿਹਦੇ ਤੋਂ ਮੈਨੂੰ ਲੱਗਦਾ ਕਿ ਸਰਕਾਰ ਡਰੇਗੀ ਕਿਉਂਕਿ ਸਰਕਾਰਾਂ ਨੂੰ ਇਹ ਪਾਉਂਦਾ ਨਹੀਂ ਹੁੰਦਾ। ਪਰ ਇਹ ਅੰਦੋਲਨ ਇੰਨਾ ਵੱਡਾ ਹੈ ਕਿ ਸੁਸਾਇਟੀ ਦੀ ਟਰਾਂਸਫੋਰਮੇਸ਼ਨ ਦਾ ਮਾਦਾ ਰੱਖਦਾ ਹੈ। ਤੁਸੀਂ ਕੰਪੇਅਰ ਕਰ ਰਹੇ ਸੀ ਕਿਊਬਨ ਰੈਵੋਲੂਸ਼ਨ ਨਾਲ, ਫ੍ਰੈਂਚ ਰੈਵੋਲੂਸ਼ਨ ਨਾਲ, ਉਸ ਪੱਧਰ ਦੀ ਰੈਵੋਲੂਸ਼ਨ ਇਹ ਹੈਗੀ ਹੈ। ਹਾਂ ਉਹ ਮੈਂ ਇਹਦੇ ਵਿੱਚ ਇਹ ਸਮਝਦਾ ਚ ਪੋਟੈਂਸ਼ੀਅਲਿਟੀ ਹੈ। ਪੋਟੈਂਸ਼ੀਅਲਿਟੀ ਇਸ ਗੱਲ 'ਚ ਤੁਸੀਂ ਫੜਨ ਦੀ ਕੋਸ਼ਿਸ਼ ਕਰਿਓ। ਦੁਨੀਆ 'ਚ ਪਹਿਲੀ ਵੱਡੀ ਮੂਵਮੈਂਟ ਹੈ ਕਾਰਪੋਰੇਟ ਸੈਕਟਰ ਜਿਹੜੀ ਓਪਨਲੀ ਹੋ ਰਹੀ ਹੋਵੇ, ਜਿਹੜੀ ਇਹ ਕਹਿ ਰਹੀ ਹੋਵੇ ਜਿਹੜਾ ਡਿਵੈਲਪਮੈਂਟ ਦਾ ਮਾਡਲ ਕਾਰਪੋਰੇਟ ਸੈਕਟਰ ਨੇ ਦਿੱਤਾ ਹੈ ਇਹ ਇਰੋਨੀਅਸ ਹੈ, ਇਹ ਫਾਲਟੀ ਹੈ, ਇਹਦੇ 'ਚ ਨੁਕਸ ਹੈ, ਇਹ ਸਾਡਾ ਨਹੀਂ ਹੈ। ਇਹ ਤਾਂ ਨਹੀਂ ਰੁਕਣੀ, ਤਾਂ ਓਡੀ ਵੱਡੀ ਹੈ, ਇੱਥੇ ਖਤਮ ਹੋ ਜਾਏਗੀ ਨਾ। ਪੈਰਲਲਸ ਦੇ ਪਾਊਗੀ। ਮੈਂ ਇਹੋ ਦੱਸ ਰਿਹਾ ਇਹ ਲੋਕ ਇਹਦੇ 'ਚੋਂ ਇਹ ਬਿਲਡ ਹੋਏਗਾ, ਹੋ ਰਿਹਾ ਹੈ ਕਿ ਸਾਨੂੰ ਇਹ ਨਹੀਂ, ਸਾਨੂੰ ਆਪਣੇ ਮਾਡਲ ਇਜਾਦ ਕਰਨੇ ਪੈਣਗੇ। ਸਾਨੂੰ ਆਪਣੇ ਰੀਜਨਲ ਮਾਡਲ ਜਿਹੜੇ ਨੇ ਇੱਥੇ ਮਾਡਲ ਕੋਈ ਹੋਰ ਹੋ ਸਕਦਾ, ਅਫਰੀਕਨ ਜਿਹੜਾ ਕੰਟਰੀ ਆ ਉੱਥੇ ਕੋਈ ਹੋਰ ਹੋਏਗਾ। ਹੁਣ ਇਹ ਮੂਵਮੈਂਟ ਜੇ ਇੱਥੇ ਬੰਦ ਹੋ ਜਾਏਗੀ ਨਾ, ਅਫਰੀਕਾ ਦੇ ਕਿਸੇ ਕੰਟਰੀ ਚੱਲ ਪਏਗੀ, ਉੱਥੇ ਹੋਏਗੀ ਲੈਟਨ ਅਮਰੀਕਾ ਦੇ ਕਿਸੇ ਕੰਟਰੀ ਚੱਲ ਪਏਗੀ। ਇਹ ਹੁਣ ਐਂਡ ਆਫ ਜਿਹੜਾ ਨਿਓ ਲਿਬਰਲਿਜ਼ਮ ਦਾ ਜਿਹੜਾ ਇਹ ਇੱਕ ਜਿਹਨੂੰ ਆਪਾਂ ਮੈਟਾ ਨੈਰੇਟਿਵ ਕਹਿੰਦੇ ਆ, ਮਹਾਂਵਰਤਾਂਤ ਜਿਹੜਾ ਉਹਦਾ ਇਹ ਆਲਟਰਨੇਟਿਵ ਬਣਨ ਦੀਆਂ ਸੰਭਾਵਨਾਵਾਂ ਇਸ ਮੂਵਮੈਂਟ ਦੇ ਵਿੱਚ ਹੈ ਨੇ। ਉਹਦੀ ਸ਼ੁਰੂਆਤ ਹੈ ਜਿਹੜਾ ਆਲਟਰਨੇਟਿਵ ਮਾਡਲ ਬਣਨੇ। ਇੱਥੋਂ ਪੋਲੀਟੀਕਲ ਆਲਟਰਨੇਟਸ ਵੀ ਨਿਕਲਦੇ ਆ, ਬਿਲਕੁਲ ਨਿਕਲਣਗੇ। ਫਿਲਹਾਲ ਤਾਂ ਪਹਿਲੀ ਗੱਲ ਤੇ ਅਫੈਕਟ ਇੰਨਾ ਕਰ ਚੁੱਕੀ ਹੈ ਪੋਲੀਟਿਕਸ ਨੂੰ। ਯੂ ਆਰ ਵਾਚਿੰਗ ਯੂਅਰ ਸੈਲਫ। ਕਿੱਥੇ ਗਈਆਂ ਉਹ ਪਾਰਟੀਆਂ ਪਿੰਡਾਂ 'ਚ ਜਿਹੜੀਆਂ ਲੋਕ ਤਾਂ ਉਹਨਾਂ ਦੇ ਅੱਗੇ ਸਵਾਗਤ ਕਰਨ ਲਈ ਐਂ ਖੜੇ ਹੁੰਦੇ ਸੀ ਬਦਾਮਾਂ ਤੇ ਕਾਜੂਆਂ ਦੀਆਂ ਲੈ ਕੇ ਪਲੇਟਾਂ, ਹੁਣ ਉਹ ਪਿੰਡਾਂ 'ਚ ਨਹੀਂ ਵੜ ਰਹੇ। ਇਹ ਮਤਲਬ ਵੀ ਉਹ ਹੁਣ ਇਹਨੇ ਗੁੰਗਿਆਂ ਨੂੰ ਜ਼ੁਬਾਨ ਦਿੱਤੀ ਹੈ ਇਸ ਮੂਵਮੈਂਟ ਨੇ। ਪੋਲੀਟਿਕਸ ਦਾ ਜਿੰਨਾ ਭੈ ਔਰ ਫੀਅਰ ਹੁੰਦਾ ਸੀ ਆਮ ਬੰਦੇ ਤੇ, ਲੀਡਰ ਆ ਗਿਆ, ਹੁਣ ਅਗਲਾ ਸਵਾਲ ਪੁੱਛਦਾ ਵੀ ਪਹਿਲਾਂ ਮੰਤਰੀ ਜੀ ਦੱਸੋ ਤੁਸੀਂ ਕੀ ਕੀਤਾ। ਇਹ ਇੱਕ ਐਸੀ ਜਾਗ ਲੱਗ ਰਹੀ ਹੈ ਸੁਸਾਇਟੀ 'ਚ, ਇਹਦੇ ਨਾਲ ਰਾਜਸੀ ਜਿਹੜਾ ਸੈਕਟਰ ਹੈ ਉਹ ਵੀ ਪ੍ਰਭਾਵਿਤ ਹੋਏਗਾ। ਲੰਮੇ ਸਮੇਂ 'ਚ ਹੋ ਸਕਦਾ ਕੋਈ ਬਦਲ ਵੀ ਆ ਜਾਏ। ਆਰਥਿਕ ਮਾਡਲ ਵੀ, ਸੱਭਿਆਚਾਰਕ ਮਾਡਲ ਤਾਂ ਤੁਸੀਂ ਵੇਖ ਹੀ ਰਹੇ ਹੋ, ਸਾਰਾ ਕੁਝ ਪ੍ਰਭਾਵਿਤ। ਇਸ ਕਰਕੇ ਮੈਂ ਸਮਝਦਾ ਇਸ ਮੂਵਮੈਂਟ 'ਚ ਬੜੀਆਂ ਸੰਭਾਵਨਾਵਾਂ ਨੇ ਤੇ ਜਿਨ੍ਹਾਂ ਸਾਨੂੰ ਵੈਲਕਮ ਕਰਨਾ। ਬਹੁਤ ਧੰਨਵਾਦ। ਖੁੱਲ੍ਹ ਗਿਆ ਰਾਹ ਔਰ ਸਾਨੂੰ, ਹਾਲਾਂਕਿ ਮੈਂ ਚਾਹੁੰਦਾ ਸੀ ਹੋਰ ਗੱਲਾਂ ਕਰਾਂ ਔਰ ਮੈਂ ਚਾਹੂੰਗਾ ਕਿਸੇ ਦਿਨ ਸਟੂਡੀਓ ਬੁਲਾ ਕੇ ਤੁਹਾਡੇ ਨਾਲ ਵਿਸਥਾਰ ਦੇ ਵਿੱਚ ਹੋਣ। ਔਰ ਬਹੁਤ ਕਮਾਲ ਦੀਆਂ ਗੱਲਾਂ ਪ੍ਰੋਫੈਸਰ ਬਾਵਾ ਸਿੰਘ ਹੋਣਾ ਨੇ ਲਰਨਡ ਬੰਦਿਆਂ ਦੇ ਨਾਲ
ਗੱਲ ਕਰਨੀ ਚੰਗੀ ਹੁੰਦੀ ਹੈ, ਤੁਹਾਨੂੰ ਸੁਣਨਾ ਵੀ ਚਾਹੀਦਾ ਹੈ। ਸਿਰਫ ਲਾਲਾ ਲਾਲਾ ਨਾ ਸੁਣੋ, ਇਹ ਚੀਜ਼ਾਂ ਸੁਣੋ ਜੋ ਕੁਝ ਤੁਹਾਨੂੰ ਸਿੱਟੇ ਦੇ ਸਕਦੀਆਂ ਨੇ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਪਟਿਆਲਾ।